महला नौवां। इक ओंकार सतगुर प्रसाद। रे मान राम स्यों कर प्रीत, श्रवण गोविंद गुण सुनो, अर गाओ रसना गीत। रहाओ कर साध संगत सिमर माधो, होए पतित पुनीत। काल ब्याल ज्यों परियो डोलै, मुख पसारे मीत। आज काल फुन तोहे गरस है, समझ राखो चीत। कह नानक राम भज लै, जात अवसर बीत। आज काल फुन तोहे गरस है, समझ राखो चीत। कह नानक राम भज लै, जात अवसर बीत। वाहिगुरू जी का खालसा, वाहिगुरू जी की फतेह। धन धन साहिब महाराज सच्चे पातशाह जी, श्री गुरु ग्रंथ साहिब जीओ, ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਲੜੀਵਾਰ ਜੋ ਹਰ ਰੋਜ਼ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਡਭਾਗਾ ਸਮਾਂ ਬਖਸ਼ਿਆ ਹੈ। ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 631 'ਤੇ ਸ਼ਿਸ਼ੋਭਤ ਹੈ। ਨੌਵੇਂ ਪਾਤਸ਼ਾਹ ਜੀ ਦੀ ਬਾਣੀ ਆਰੰਭ ਹੋਈ ਹੈ ਸੋਰਠ ਰਾਗ ਦੇ ਵਿੱਚ। ਸੋਰਠ ਮਹੱਲਾ ਨੌਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਹਿਲੋਂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਮੰਗਲ ਹੈ। ਪਰਮਾਤਮਾ ਇੱਕ ਹੈ, ਉਹ ਪ੍ਰਕਾਸ਼ਕ ਹੈ, ਉਹ ਸਤ ਰੂਪ ਹੈ, ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ, ਉਹ ਇੱਕ ਰਸ ਹੈ। ਰੇ ਮਨ ਰਾਮ ਸਿਉਂ ਕਰ ਪ੍ਰੀਤ। ਆਪਣੇ ਮਨ ਨੂੰ ਇਹ ਗੱਲ ਸਮਝਾਉਣੀ ਪੈਂਦੀ, ਵਾਰ ਵਾਰ ਸਮਝਾਉਣੀ ਪੈਂਦੀ ਹੈ। ਮਨ ਵਾਰ ਵਾਰ ਭੁੱਲਾਂ ਕਰਦਾ, ਵਾਰ ਵਾਰ ਉਕਦਾ ਹੈ, ਅਤੇ ਇਹਨੂੰ ਵਾਰ ਵਾਰ ਦੱਸਣਾ ਪੈਂਦਾ, ਵਾਰ ਵਾਰ ਸਿੱਧੇ ਰਾਹ 'ਤੇ ਲਾਉਣਾ ਪੈਂਦਾ, ਸਮਝਾਉਣਾ ਪੈਂਦਾ। ਸੋ ਮਨਾ ਤੂੰ ਰੱਬ ਦੇ ਨਾਲ ਪਿਆਰ ਪਾ। ਕਿਉਂ ਸਮਝਾਉਣਾ ਪੈਂਦਾ? ਕਿਉਂਕਿ ਮਨ ਇਸ ਸੰਸਾਰ ਦੇ ਵਿੱਚ ਝੂਠੇ ਮੋਹ ਦੇ ਵਿੱਚ ਕਈ ਥਾਂ 'ਤੇ ਫਸਿਆ ਹੋਇਆ। ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਹੈਗਾ ਤਾਂ ਸਾਰਾ ਕੁਝ ਝੂਠਾ ਆ। ਜਿੱਦਾਂ ਆਸਾ ਦੀ ਵਾਰ ਮਹਾਰਾਜ ਦੱਸਦੇ, ਕਹਿੰਦੇ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਅਖੀਰ ਵਿੱਚ ਮਹਾਰਾਜ ਕਹਿੰਦੇ ਆਨ ਬਖਾਣੇ ਬੇਨਤੀ ਤੁਦਬਾਜ, ਕੂੜੋ ਕੂੜ। ਪਾਤਸ਼ਾਹ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਸੋ ਸੱਚਾ ਪਿਆਰ ਹੈ ਨਹੀਂ। ਸੱਚਾ ਪਿਆਰ ਜਿਹੜਾ ਆ ਉਹ ਤਾਂ ਗੁਰੂ ਦੇ ਨਾਲ ਹੀ ਹੋ ਸਕਦਾ, ਅਤੇ ਜਾਂ ਫਿਰ ਜਿਹੜਾ ਗੁਰਮੁਖ ਜਨ ਹੈ, ਗੁਰਸਿੱਖ ਹੈ, ਜਿਹਦੇ ਅੰਦਰ ਕੋਈ ਤਮਾ ਨਾ ਹੋਵੇ, ਜਿਹਦੀਆਂ ਲੋੜਾਂ ਖਾਹਿਸ਼ਾਂ ਖਤਮ ਹੋ ਗਈਆਂ, ਅਤੇ ਉਹਦੇ ਮਨ ਵਿੱਚ ਚਾਅ ਪੈਦਾ ਹੁੰਦਾ ਗੁਰਮੁਖਾਂ ਦੇ ਦਰਸ਼ਨ ਕਰਕੇ, ਜਾਂ ਤਰਸ ਪੈਦਾ ਹੁੰਦਾ ਕੋਈ ਦੁੱਖਾਂ 'ਚ ਫਸਿਆ ਹੋਇਆ ਵੀ ਇਹਨੂੰ ਬਾਹਰ ਕੱਢ ਦਈਏ, ਤਰਸ ਪੈਦਾ ਹੁੰਦਾ ਹੈ। ਜਦੋਂ ਕੁਝ ਲੈਂਦਾ ਦਿੰਦਾ ਵਪਾਰ ਨਹੀਂ ਹੁੰਦਾ। ਗੁਰਬਾਣੀ ਦਾ ਹੀ ਲੈਣ ਦੇਣ ਹੈ। ਗੁਰਬਾਣੀ ਦੀ ਵਿਚਾਰ ਲੈਣੀ ਹੈ, ਗੁਰਬਾਣੀ ਦੀ ਵਿਚਾਰ ਦੇਣੀ ਹੈ। ਸੋ ਇਹ ਗੁਰਮੁਖਾਂ ਦਾ ਫਿਰ ਸੱਚਾ ਪਿਆਰ ਹੁੰਦਾ ਜੀ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਗੁਰੂ ਦੇ ਨਾਲ ਸੱਚਾ ਪਿਆਰ ਹੁੰਦਾ, ਕਿਉਂਕਿ ਜਦੋਂ ਵੀ ਗੁਰੂ ਨੇ ਦੱਸਣਾ
ਸਾਡੀ ਗਲਤੀ ਦੱਸਣੀ ਹੈ, ਭੁੱਲ ਦੱਸਣੀ ਹੈ, ਨਾਲ ਦੀ ਨਾਲ ਮਾਰਗ 'ਤੇ ਪਾ ਦੇਣਾ। ਆਪਾਂ ਕਹਿ ਸਕਦੇ ਜੀ ਮੈਂ ਕਿੱਦਾਂ ਕਰ ਸਕਦੇ, ਮੇਰੇ ਕੋਲ ਆਹ ਚੀਜ਼ ਹੈ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਲੈ ਤੂੰ ਆਹ ਲੈ, ਤੂੰ ਮਾਰਗ 'ਤੇ ਤਾਂ ਚੱਲ, ਸਹੀ ਕੰਮ ਤਾਂ ਕਰ, ਬੰਦਗੀ ਤਾਂ ਕਰ, ਪਾਠ ਕਰ, ਸੰਗਤ ਕਰ, ਸੇਵਾ ਕਰ, ਸਿਮਰਨ ਕਰ। ਸੋ ਮੈਂ ਕਹਾਂ ਸੱਚੇ ਪਾਤਸ਼ਾਹ ਮੇਰੀਆਂ ਤਾਂ ਘਰ ਦੇ ਜਿਹੜੇ ਧੰਦੇ ਨੇ, ਰਿਜ਼ਕ ਦਾ ਸੰਸਾ ਪਿਆ ਆ ਵੀ ਕਿੱਦਾਂ ਰੋਟੀ ਚੱਲਣੀ ਆ, ਮਹਾਰਾਜ ਕਹਿੰਦੇ ਉਹਦਾ ਫਿਕਰ ਨਾ ਕਰ, ਤੇਰਾ ਰਿਜ਼ਕ ਵਧੀਆ ਚੱਲੇਗਾ। ਸੋ ਜੋ ਵੀ ਫਿਕਰ ਮੈਂ ਗੁਰੂ ਨੂੰ ਦੱਸ ਦਿੰਦਾ ਵੀ ਆਹ ਫਿਕਰ ਪੈਂਦਾ ਹੈ, ਇਸ ਕਰਕੇ ਬੰਦਗੀ ਨਹੀਂ ਹੋ ਰਹੀ, ਇਸ ਕਰਕੇ ਪਾਠ ਨਹੀਂ ਹੋ ਰਿਹਾ। ਸੱਚੇ ਪਾਤਸ਼ਾਹ ਉਹ ਟੈਨਸ਼ਨ ਦੂਰ ਕਰ ਦਿੰਦੇ, ਕਹਿੰਦੇ ਤੂੰ ਬੰਦਗੀ ਕਰ। ਜੇ ਬੰਦਗੀ ਦੀ ਗੱਲ ਅਸੀਂ ਨਹੀਂ ਰੱਖਦੇ, ਉੱਦਾਂ ਕਹਿੰਦੇ ਮਹਾਰਾਜ ਆਹ ਵੀ ਦੇ ਦੇ, ਆਹ ਵੀ ਦੇ ਦੇ, ਫਿਰ ਤਾਂ ਕਰਮ ਅਨੁਸਾਰ ਹੀ ਚੱਲਣਾ। ਭਾਈ ਜੇ ਜੋ ਦਿੱਤਾ ਤਾਂ ਉਹੀਓ ਤੁਹਾਨੂੰ ਮਿਲਣਾ, ਜੇ ਦਿੱਤਾ ਹੀ ਕੁਝ ਨਹੀਂ, ਦਾਨ ਪੁੰਨ ਹੀ ਨਹੀਂ ਕੋਈ ਕੀਤਾ, ਕਿਵੇਂ ਮਿਲ ਜੂ। ਜੇ ਕਹਿੰਦਾ ਜੀ ਮੈਂ ਬੰਦਗੀ ਕਰਨੀ ਪਰ ਆਹ ਅੜਚਣ ਆ, ਮੇਰਾ ਮਨ ਤਾਂ ਚਾਹੁੰਦਾ ਪਾਠ ਕਰਾਂ, ਸਵੇਰੇ ਉੱਠਾਂ, ਪਰ ਘਰ ਦੀ ਸਮੱਸਿਆ, ਘਰ ਦਾ ਮਾਹੌਲ ਹੀ ਨਹੀਂ ਬਣਦਾ, ਘਰ ਦਾ ਮਾਹੌਲ ਹੀ ਨਹੀਂ ਬਣਦਾ। ਸੱਚੇ ਪਾਤਸ਼ਾਹ ਲੈ ਇਹ ਵੀ ਬਣ ਜਾਂਦਾ। ਸੋ ਮਹਾਰਾਜ ਤਾਂ ਸਾਨੂੰ ਸਭ ਕੁਝ ਦੇਣ ਨੂੰ ਤਿਆਰ ਆ, ਜੇ ਬੰਦਾ ਬੰਦਗੀ ਵਾਲੇ ਪਾਸੇ ਚੱਲ ਪਵੇ ਤਾਂ। ਕਿਉਂਕਿ ਜੇ ਵਾਰ-ਵਾਰ ਥੋੜ੍ਹੀ ਮਿਲਦਾ ਮਨੁੱਖਾ ਜਨਮ, ਵਾਰ-ਵਾਰ ਨਹੀਂ ਮਿਲਦਾ, ਹੋਤ ਨ ਬਾਰੰਬਾਰ। ਇਸ ਕਰਕੇ ਆਪਣੇ ਮਨ ਨੂੰ ਵਾਰ-ਵਾਰ ਕਹਿਣਾ ਪੈਂਦਾ, ਮਨਾ ਹੋਰ ਪਾਸੇ 'ਚੋਂ ਪਿਆਰ ਪਾਈ ਫਿਰਦਾ, ਰੱਬ ਦੇ ਨਾਲ ਵੀ ਪਾ ਲਾ। ਫਿਰ ਮਨ ਕਹਿੰਦਾ ਰੱਬ ਦੇ ਨਾਲ ਪਿਆਰ ਕਿੱਦਾਂ ਪਾਈਦਾ? ਭਾਈ ਸਤਿਗੁਰੂ ਜੀ ਦੇ ਨਾਲ, ਗੁਰਬਾਣੀ ਦੇ ਨਾਲ। ਗੁਰਬਾਣੀ ਤਾਂ ਬਹੁਤ ਪਿਆਰ ਦਿੰਦੀ ਹੈ। ਪਿਆਰ ਉਹਦੇ ਨਾਲ ਪੈਂਦਾ ਜੇ ਮੋਹਰਿਓਂ ਪਿਆਰ ਮਿਲੇ, ਜੇ ਮੋਹਰਿਓਂ ਨਫ਼ਰਤ ਮਿਲੇ ਫਿਰ ਥੋੜ੍ਹੀ ਪਿਆਰ ਹੁੰਦਾ ਹੈ, ਫਿਰ ਨਹੀਂ ਪਿਆਰ ਹੁੰਦਾ। ਫਿਰ ਤਾਂ ਸੋ ਕੇ ਮਾੜਾ ਮੋਟਾ ਰਹਿੰਦਾ ਵੀ ਟੁੱਟ ਜਾਂਦਾ। ਜੇ ਮੋਹਰਿਓਂ ਪਿਆਰ ਮਿਲਦਾ ਨਾ, ਉਹ ਫਿਰ ਪਿਆਰ 'ਚ ਵਾਧਾ ਹੋ ਜਾਂਦਾ। ਗੁਰਬਾਣੀ ਤਾਂ ਦਿੰਦੀ ਪਿਆਰ, ਗੁਰਬਾਣੀ ਤਾਂ ਕਰਦੀ ਭਲਾ ਆ, ਗੁਰਬਾਣੀ ਤਾਂ ਦੇਣਾ ਹੀ ਆ, ਲੈਣਾ ਕੁਝ ਨਹੀਂ। ਫਿਰ ਥੋੜ੍ਹਾ ਜਿਹਾ ਗੁਰਬਾਣੀ ਦੇ ਨਾਲ ਬਸ ਪਿਆਰ ਪਾਉਣ ਦੀ ਲੋੜ ਹੈ, ਅਤੇ ਇਹ ਤਾਂ ਪਿਆਰ ਨਿਸ਼ਾਵਰ ਕਰ ਦਿੰਦੀ ਬਾਣੀ, ਪਿਆਰ ਦਾ ਮੀਂਹ ਵਰ੍ਹਾਉਂਦੀ ਆ ਗੁਰਬਾਣੀ। ਇੰਨਾ ਪਿਆਰ ਮਾਂ ਬਾਪ ਤੋਂ ਨਹੀਂ ਮਿਲਦਾ ਜਿੰਨਾ ਪਿਆਰ ਬਾਣੀ ਤੋਂ ਮਿਲਦਾ ਹੈ। ਮਨ ਨੂੰ ਕਹਿਣਾ, ਮਨਾ ਰਾਮ ਦੇ ਨਾਲ ਪਿਆਰ ਕਰ, ਰੱਬ ਨਾਲ, ਬਾਣੀ ਨਾਲ ਪਿਆਰ ਕਰ। ਕਿੱਦਾਂ ਕਰੀਦਾ ਜੀ ਪਿਆਰ? ਮਾਰਾ ਤਰੀਕਾ ਦੱਸਦੇ ਆ। ਸਰਵਨ ਗੋਬਿੰਦ ਗੁਣ ਸੁਨੋ, ਅਰ ਗਾਓ ਰਸਨਾ ਗੀਤ। ਕੰਨਾਂ ਦੇ ਨਾਲ ਬਾਣੀ ਨੂੰ ਸੁਣਨਾ ਹੈ, ਗੁਰਬਾਣੀ ਸੁਣਨ ਦੀ ਆਦਤ ਪਾਈਏ ਭਾਈ, ਅਤੇ ਰਸਨਾ ਦੇ ਨਾਲ ਬਾਣੀ ਪੜ੍ਹਨ ਦੀ ਆਦਤ ਪਾਈਏ। ਇਹ ਦੋ ਕੰਮ ਕਰਨੇ ਬਹੁਤ ਜ਼ਰੂਰੀ ਹੈ। ਇਹਦੇ ਵਾਸਤੇ ਸਾਨੂੰ ਕੋਈ ਵਿਸ਼ੇਸ਼ ਸਮੇਂ ਦੀ ਲੋੜ ਨਹੀਂ, ਵਿਸ਼ੇਸ਼ ਡਰੈਸ ਪਾਉਣ ਦੀ ਲੋੜ ਨਹੀਂ, ਵੀ ਆਸ ਵਰਦੀ ਚਾਹੀਦੀ ਹੈ। ਇਹ ਤਾਂ ਆਪਾਂ ਭਾਈ ਸੋ ਮੰਜੇ 'ਤੇ ਪਿਆ, ਆਸਣ 'ਤੇ ਬੈਠਿਆਂ, ਸੌਣ ਲੱਗਿਆਂ ਨੀਂਦ ਵੀ ਭਾਵੇਂ ਆਉਂਦੀ ਹੈ, ਨਾਲੇ ਜਿੰਨਾ ਚਿਰ ਨੀਂਦ ਨਹੀਂ ਆਉਂਦੀ ਉਹਨਾਂ ਚਿਰ ਆਪਾਂ ਪ੍ਰਯਤਨ ਕਰ ਸਕਦੇ ਹਾਂ। ਬਾਰ-ਬਾਰ ਬਾਣੀ ਕੋਲ ਲਾ ਲਓ। ਅੱਜ ਕੱਲ੍ਹ ਤਾਂ ਸਾਧਨ ਬੜੇ ਨੇ। ਪਹਿਲਾਂ ਤਾਂ ਹੁੰਦਾ ਸੀ ਮੈਨੂੰ ਕੋਈ ਪਾਠ ਸੁਣਾ ਦੇਵੇ। ਅੱਜ ਤੋਂ 50 ਸਾਲ ਬੈਕ ਜਾਓ, ਕਹਿਣਾ ਮੈਨੂੰ ਕੋਈ ਬਾਣੀ ਸੁਣਾਵੇ, ਪਾਠ ਸੁਣਾਵੇ। ਔਰ ਬਾਣੀ ਵਿੱਚ ਵੀ ਇਹ ਗੱਲਾਂ ਲਿਖੀਆਂ ਹੋਈਆਂ, ਮਾਰੇ ਤੈਂ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ। ਜਿਹਨੇ ਤੈਨੂੰ ਕੋਈ ਰੱਬ ਦੇ ਘਰ ਦੀ ਗੱਲ ਸੁਣਾਉਂਦਾ, ਤੈਨੂੰ ਕੀ ਦੇਵੇਂਗਾ? ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀ। ਜੇ ਮੈਨੂੰ ਬਾਣੀ ਸੁਣਾਈ ਹੈ, ਸੋ ਮੈਂ ਆਪਣਾ ਸਿਰ ਵੱਢ ਕੇ ਉਹਦਾ ਆਸਣ ਬਣਾਵਾਂ ਅਤੇ ਬਾਣੀ ਸੁਣਾਉਣੇ ਵਾਲੇ ਨੂੰ ਉਹਦੇ 'ਤੇ ਬਿਠਾਲ ਦੇਵਾਂ। ਸੋ ਹੁਣ ਤਾਂ ਇਹ ਵੀ ਸਮੱਸਿਆ ਖਤਮ ਹੋ ਗਈ ਹੈ ਵੀ ਆਪਾਂ ਕੋਈ, ਮਹਾਰਾਜ ਨੇ ਐਸੀ ਕਿਰਪਾ ਕਰਤੀ, ਇਲੈਕਟ੍ਰੋਨਿਕ ਸਮਾਨ ਇੱਦਾਂ ਦਾ, ਜਦੋਂ ਮਰਜ਼ੀ ਦਿਨੇ ਸੁਣੋ, ਰਾਤ ਸੁਣੋ, ਕੰਨ 'ਚ ਟੂਟੀ ਲਾ ਲਓ, ਕੰਨ 'ਚ ਪਾ ਕੇ ਸੁਣੀ ਜਾਓ। ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਇੰਨੇ ਸਾਧਨ ਬਣ ਗਏ ਨੇ। ਜੇ ਤਾਂ ਇਹਨਾਂ ਦਾ ਸਾਧਨਾਂ ਦਾ, ਇਹਨਾਂ ਦਾ ਉਪਯੋਗ ਸਹੀ ਹੋ ਗਿਆ, ਫਿਰ ਤਾਂ ਹੋਰ ਨਿਖਾਰ ਆ ਜਾਊ ਸਾਡੇ 'ਚ। ਜੇ ਦੁਰਉਪਯੋਗ ਹੋ ਗਿਆ, ਫਿਰ ਬਿਲਕੁਲ ਹੀ ਬੇੜਾ ਗਰਕ ਹੋ ਜਾਊਗਾ। ਜੇ ਦੁਰਉਪਯੋਗ ਹੋ ਗਿਆ
ਤੇ ਮਹਾਰਾਜ ਨੇ ਕਿਰਪਾ ਕੀਤੀ ਹੋਈ ਆ ਭਾਈ, ਹੁਣ ਤਾਂ ਤੂੰ ਅੱਠੇ ਪੈਰ ਬਾਣੀ ਗਾ ਸਕਦਾ, ਸੁਣ ਸਕਦਾ। ਜਿੰਨਾ ਚਿਰ ਗਾ ਸਕਦਾ ਗਾ, ਪੜ੍ਹ ਸਕਦਾ ਪੜ੍ਹ, ਥੱਕ ਗਿਆ ਸੁਣਨੀ ਸ਼ੁਰੂ ਕਰ ਦੇ। ਬਾਣੀ ਦੇ ਅਰਥ ਸੁਣ ਲਾ, ਗੁਰੂ ਦੀਆਂ ਕਥਾ ਕਹਾਣੀਆਂ, ਇਤਿਹਾਸ ਸੁਣ ਲਾ। ਥੋੜ੍ਹਾ ਕੁਝ ਕਿੰਨਾ ਕੁਝ ਉਪਲਬਧ ਹੋ ਚੁੱਕਾ ਹੈ ਹੁਣ ਆਪਾਂ ਕੋਲ। ਪਾਤਸ਼ਾਹ ਕਹਿੰਦੇ ਇੱਦਾਂ ਪਿਆਰ ਪੈਂਦਾ ਹੁੰਦਾ। ਗੁਰੂ ਦੀਆਂ ਗੱਲਾਂ ਕਰੋ, ਗੁਰਬਾਣੀ ਨੂੰ ਗਾਵੋ, ਸੁਣੋ, ਪੜ੍ਹੋ, ਆਪਣੇ ਆਪ ਹੀ ਪਿਆਰ ਪੈ ਜਾਂਦਾ ਹੁੰਦਾ। ਪਾਤਸ਼ਾਹ ਨੇ ਮਨ ਨੂੰ ਕਹਿਣਾ ਸੀ, ਕਿਹੜਾ ਦੂਜੇ ਨੂੰ ਕਹਿਣਾ, ਆਪਣੇ ਮਨ ਨੂੰ ਕਹਿਣਾ, ਆਪਣੇ ਮਨ ਨੂੰ ਉਪਦੇਸ਼ ਦੇਣਾ ਪੈਂਦਾ। ਔਰ ਰੋਜ਼ ਦੀ ਰੋਜ਼ ਭੁੱਲ ਜਾਂਦਾ ਨਾ, ਮਨ ਦੀ ਆਦਤ ਹੈ ਇਹ ਚੰਗੀ ਗੱਲ ਭੁੱਲ ਜਾਂਦਾ। ਜਦੋਂ ਭੁੱਲੂ ਰੱਬ ਨੂੰ ਭੁੱਲੂ, ਜਦੋਂ ਭੁੱਲੂ, ਕਿਉਂਕਿ ਮਾਇਆ ਨੇ ਕੰਮ ਹੀ ਇਹ ਕੀਤਾ ਹੋਇਆ, ਰੱਬ ਨਹੀਂ ਚੇਤੇ ਆਉਣ ਦੇਣਾ, ਮਾਇਆ ਦੀ ਡਿਊਟੀ ਹੈ। ਇਹ ਤਾਂ ਗੁਰੂ ਜਦੋਂ ਖੜ੍ਹਦਾ ਫਿਰ ਮਾਇਆ ਜਿਹੜੀ ਆ ਉਹ ਪਿੱਛੇ ਹੁੰਦੀ ਹੈ, ਗੁਰੂ ਚੇਤੇ ਕਰਾਉਂਦਾ ਹੈ। ਜਦੋਂ ਗੁਰੂ ਚੇਤੇ ਕਰਾਉਂਦਾ ਫਿਰ ਮਾਇਆ ਦੀ ਵਾਹ ਪੇਸ਼ ਨਹੀਂ ਜਾਂਦੀ ਹੈ, ਫਿਰ ਜਦੋਂ ਗੁਰੂ ਚੇਤੇ ਕਰਾਉਂਦਾ। ਰਹਾਉ ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪੁਨੀਤ। ਮੰਨਿਆ ਕਿ ਇਸ ਸੰਸਾਰ ਵਿੱਚ ਵਿਚਰਦਿਆਂ ਪਾਪੀ ਬਣ ਗਏ, ਕਿਉਂਕਿ ਜਿੱਦਾਂ ਦਿਆਂ ਨਾਲ ਮੇਲ ਹੋ ਗਿਆ ਉੱਦਾਂ ਦੇ ਬਣ ਗਏ। ਅਸੀਂ ਦੂਜੇ ਦਾ ਪ੍ਰਭਾਵ ਬੜੀ ਛੇਤੀ ਕਬੂਲ ਲੈਂਦੇ ਹਾਂ, ਆਪਣਾ ਪ੍ਰਭਾਵ ਤਾਂ ਅਸੀਂ ਖੁਦ ਨਹੀਂ ਕਬੂਲਦੇ, ਦੂਜਿਆਂ 'ਤੇ ਕੀ ਛੱਡਣਾ। ਅਸੀਂ ਆਪਣੀਆਂ ਆਦਤਾਂ, ਆਪਣੀ ਗੱਲ, ਸਾਨੂੰ ਆਪਣੀ ਹੀ ਗੱਲ 'ਤੇ ਯਕੀਨ ਨਹੀਂ ਹੁੰਦਾ, ਅਸੀਂ ਦੂਜੇ ਨੂੰ ਪੁੱਛਾਂਗੇ ਵੀ ਸਹੀ ਹੈ ਮੇਰੀ ਗੱਲ ਸਹੀ। ਹੁਣ ਜਿਹੜਾ ਦੂਜੇ ਨੂੰ ਪਤਾ ਹੀ ਕੋਈ ਨਹੀਂ ਤੂੰ ਕਰਨਾ ਕੀ ਚਾਹੁੰਦਾ, ਇਹ ਕਿੱਦਾਂ ਦਾ ਆ, ਕਦੋਂ ਤੋਂ ਆ, ਕੀ ਇਹਦੇ ਨਾਲ ਗੱਲ ਕਰਨ ਤਾਂ ਪਤਾ ਹੀ ਕੱਖ ਨਹੀਂ। ਤੈਨੂੰ ਹੋ ਗਿਆ ਮਹੀਨਾ, ਹੋ ਗਿਆ ਸਾਲ, ਹੋ ਗਿਆ, ਅਤੇ ਉਹਦੇ ਬਾਰੇ ਤੈਨੂੰ ਜ਼ਿਆਦਾ ਪਤਾ ਹੈ, ਉਹਦੇ ਬਾਰੇ ਤੈਨੂੰ ਜ਼ਿਆਦਾ ਪਤਾ ਫਲਾਨਾ ਬੰਦਾ ਕਿੱਦਾਂ ਦਾ, ਆਹ ਕੰਮ ਕਰਨਾ ਨਹੀਂ ਕਰਨਾ, ਜ਼ਿਆਦਾ ਨੌਲੇਜ ਹੁੰਦੀ ਹੈ। ਸਿਰਫ ਰੱਬ ਦੇ ਨਾਲ ਕਨੈਕਸ਼ਨ ਜੋੜਨ ਦੀ ਗੱਲ ਹੈ ਬਸ, ਕਿਸੇ ਨੂੰ ਪੁੱਛਣਾ ਨਹੀਂ ਪੈਂਦਾ। ਮਹਾਰਾਜ ਅੰਦਰੋਂ ਗਿਆਨ ਦਿੰਦੇ, ਅੰਦਰਲੀ ਸੁਰਤ ਜਗਾ ਦਿੰਦੇ ਸੱਚੇ ਪਾਤਸ਼ਾਹ ਜੀ। ਜੇ ਮਹਾਰਾਜ ਜੀ ਅੰਦਰੋਂ ਨਿਰੰਕਾਰ ਦਾ ਗਿਆਨ ਦਿੰਦੇ ਹੈ, ਸੰਸਾਰ ਦਾ ਗਿਆਨ ਵੀ ਦਿੰਦੇ ਹੈ। ਸੰਸਾਰ ਦਾ ਮਹਾਰਾਜ ਦੱਸਦੇ ਨਾ ਵੀ ਆਹ ਕੰਮ ਨਾ ਕਰ, ਇਹ ਛੱਡ ਦੇ, ਇਹਨੂੰ ਕਰ ਲਾ, ਇਹ ਸੰਸਾਰ ਦਾ ਗਿਆਨ ਹੀ ਹੈ। ਹੁਣ ਚੰਗਾ ਕੰਮ ਵੀ ਸੰਸਾਰ ਵਿੱਚ ਹੈ, ਮਾੜਾ ਵੀ ਕੰਮ ਸੰਸਾਰ ਵਿੱਚ ਹੀ ਹੈ। ਜਿਹੜੇ ਚੰਗੇ ਕੰਮਾਂ ਵਾਲੇ ਕੋਈ ਹੋਰ ਧਰਤੀ ਥੋੜ੍ਹੀ ਹੈ, ਉਹੋ ਹੀ ਆ, ਆਹ ਹੀ ਧਰਤੀ ਹੈ, ਇੱਥੇ ਹੀ ਬੈਠ ਕੇ ਕੰਮ ਕਰਨੇ ਆਪਾਂ, ਅਤੇ ਇਸੇ ਸਰੀਰ ਨਾਲ ਕਰਨੇ ਆ। ਹਾਂਜੀ, ਇਸੇ ਸਰੀਰ ਦੇ ਨਾਲ ਹੁਣ ਜੇ ਤਾਂ ਗੁਰੂ ਦੀ ਸੋਚ ਵਾਲੀ ਸੋਚ ਹੈ, ਵਿਵੇਕ ਬੁੱਧ ਮਿਲ ਗਈ, ਸਾਨੂੰ ਚੰਗੇ ਮਾੜੇ ਦੀ ਪਰਖ ਆ ਜਾਣੀ। ਔਰ ਵਿਵੇਕ ਬੁੱਧ ਸਾਰਿਆਂ ਕੋਲ ਹੀ ਹੈ ਜੀ, ਇੰਨਾ ਪਤਾ ਨਹੀਂ, ਹਰ ਇੱਕ ਨੂੰ ਪਤਾ, ਪਰ ਟਰੈਫਿਕ ਚੱਲਦਾ ਨਹੀਂ, ਭਾਈ ਸੜਕ ਨਹੀਂ ਕ੍ਰੋਸ ਕਰਨੀ ਕਹਿਣਾ, ਐਕਸੀਡੈਂਟ ਹੋ ਜਾਊ ਕਹਿਣਾ। ਗਿਆਨ ਹੀ ਹੈ ਇਸ ਚੀਜ਼ ਦਾ, ਰੂਲ ਨਹੀਂ ਤੋੜਨੇ ਕਹਿਣਾ ਟਿਕਟ ਘਰ ਆ ਜਾਊ, ਗਿਆਨ ਹੀ ਹੈ। ਕਿਹਨੇ ਦਿੱਤਾ ਗਿਆਨ? ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਸਾਨੂੰ, ਗਿਆਨ ਹੈ। ਸਾਨੂੰ ਪਤਾ ਵੀ ਘਰ ਵਿੱਚ ਆਹ ਚੀਜ਼ ਲੈ ਕੇ ਜਾਣੀ ਹੈ, ਗਿਆਨ ਹੈ ਇਸ ਚੀਜ਼ ਦਾ, ਪਤਾ ਹੈ। ਮਤਲਬ ਮੰਦ ਬੁੱਧੀ ਨਹੀਂ ਹੈ, ਬੇਅਕਲੇ ਨਹੀਂ ਹੈ, ਅਕਲ ਤਾਂ ਹੈਗੀ ਹੈ, ਵਰਤੋਂ ਨਹੀਂ ਕਰਨੀ ਆਉਂਦੀ। ਲੈ ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਘਰ ਜਾਣਾ, ਨਿੱਜ ਘਰ। ਨਿੱਜ ਘਰ ਕਿਹੜਾ? ਜਿੱਥੇ ਰੱਬ ਰਹਿ ਰਿਹਾ, ਜਿੱਥੋਂ ਅਸੀਂ ਆਏ ਹਾਂ, ਉਹ ਸਾਡਾ ਨਿੱਜ ਘਰ ਹੈ। ਉੱਥੇ ਹੁਣ ਲੈ ਕੇ ਕੀ ਜਾਣਾ? ਆਹ ਗਿਆਨ ਹੈ ਨਹੀਂ ਸਾਡੇ ਕੋਲ, ਆਹ ਗਿਆਨ ਹੈ ਨਹੀਂ। ਇਹ ਗੁਰੂ ਦੱਸਦਾ ਭਾਈ ਉੱਥੇ ਇੱਥੋਂ ਦਾ ਕੁਝ ਵੀ ਨਹੀਂ ਜਾਂਦਾ। ਮਹਾਰਾਜ ਕਹਿੰਦੇ ਜੋ ਤੂੰ ਇਕੱਠਾ ਕਰਦਾ ਰਿਹਾ ਨਾ, ਕੁਝ ਨਹੀਂ ਜਾਂਦਾ। ਕੀ ਜਾਂਦਾ? ਸੱਚੇ ਪਾਤਸ਼ਾਹ ਕਹਿੰਦੇ ਸਿਰਫ ਕਰਮ ਜਾਂਦੇ ਆ, ਕਰਮ। ਹੁਣ ਕਰਮ ਤੂੰ ਕਿੱਦਾਂ ਦੇ ਕੀਤੇ ਹੋਏ ਨੇ? ਜੇ ਤੂੰ ਹੁਣ ਧਾਰਮਿਕ ਕੰਮ ਵੀ ਕੀਤੇ ਹੈ, ਧਾਰਮਿਕ ਕਰਮ ਸਭ ਤੋਂ ਸ਼ੁਭ ਮੰਨੇ ਜਾਂਦੇ ਹੈ, ਹੰਕਾਰ ਦੇ ਸਹਿਤ ਹੋ ਕੇ ਕੀਤੇ ਆ, ਤੇ ਫੇਰ ਕੀ ਕਰੇਗਾ? ਕੱਖ ਨਹੀਂ ਪੱਲੇ ਰਹਿੰਦਾ। ਜੇ ਧਾਰਮਿਕ ਕਰਮ ਜਿਹੜਾ ਹੰਕਾਰ ਦੇ ਸਹਿਤ ਨਹੀਂ ਕਦੀ ਕਰਨਾ ਚਾਹੀਦਾ। ਇਹਦੇ ਕੋਲ ਧਰਮ ਨੂੰ ਜਦੋਂ ਮਾਰ ਪੈਂਦੀ, ਹੰਕਾਰ ਦੀ ਪੈਂਦੀ ਹੈ, ਹੰਕਾਰ ਦੀ ਮਾਰ ਪੈ ਜਾਂਦੀ ਧਰਮ ਨੂੰ, ਅਤੇ ਉਹਦਾ ਮਾਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸ਼ਰੀਰ,
ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਐਵੇਂ ਲੋਕੀ ਕਬੀਰ ਕਬੀਰ ਕਹੀ ਜਾਂਦੇ। ਕਬੀਰ ਸਾਹਿਬ ਕਹਿੰਦੇ ਮਹਿਮਾ ਹੋ ਗਈ ਸੀ ਨਾ ਬੜੀ। ਨਹੀਂ ਤਾਂ ਆਮ ਬੰਦੇ ਦੀ ਮਹਿਮਾ ਹੋ ਜਾਵੇ ਤਾਂ ਫੁੱਲਾਂ ਨਹੀਂ ਸਮਾਉਂਦਾ। ਲੈ ਵੀ ਮੇਰੇ ਵਰਗਾ ਹੁਣ ਕੌਣ ਹੈ। ਕਬੀਰ ਦੀ ਮਹਿਮਾ ਹੋਈ ਅਤੇ ਕਬੀਰ ਨੂੰ ਹੰਕਾਰ ਆਇਆ। ਨਾ ਹਮ ਕੀਆ ਨਾ ਕਰੇਂਗੇ, ਮੈਂ ਕੁਛ ਨਹੀਂ ਕਰ ਸਕਦਾ, ਮੈਂ ਨਾਮ ਨਹੀਂ ਜਪ ਸਕਦਾ, ਮੈਂ ਰਾਮ ਨਹੀਂ ਕਹਿ ਸਕਦਾ, ਮੈਂ ਬੰਦਗੀ ਨਹੀਂ ਕਰ ਸਕਦਾ, ਮੈਂ ਕੱਖ ਨਹੀਂ ਕਰ ਸਕਦਾ। ਉਹ ਮੇਰੇ ਕੋਲ ਕਰਵਾਉਂਦਾ ਹੈ, ਉਹ ਮੇਰੇ ਕੋਲ ਕਰਵਾਉਂਦਾ ਤਾਂ ਮੈਂ ਕਰਦਾ। ਸੇਵਾ ਕਰਵਾਉਂਦਾ ਤਾਂ ਮੈਂ ਸੇਵਾ ਕਰਦਾ। ਵਾਹਿਗੁਰੂ ਕਹਾਉਂਦਾ ਤਾਂ ਵਾਹਿਗੁਰੂ ਕਹਿੰਦਾ। ਬਾਣੀ ਪੜ੍ਹਾਉਣਾ ਤਾਂ ਬਾਣੀ ਪੜ੍ਹਦਾ। ਅਤੇ ਹੁਣ ਲੋਕ ਕਬੀਰ ਕਬੀਰ ਕਰਨ ਲੱਗ ਪਏ। ਅਤੇ ਮੇਰਾ ਨਾਂ ਥੋੜ੍ਹੀ ਕਬੀਰ, ਕਬੀਰ ਤਾਂ ਉਹਦਾ ਆਪਣਾ ਹੀ ਨਾਂ ਆ। ਕਬੀਰ ਆਪਣਾ ਨਾਂ ਆ ਉਹਦਾ, ਪਰਮਾਤਮਾ ਪਰਮੇਸ਼ਰ ਦਾ। ਲੋਕ ਉਹਨੂੰ ਕਹਿ ਰਹੇ ਨੇ ਕਬੀਰ, ਮੈਨੂੰ ਕੋਈ ਨਹੀਂ ਕਬੀਰ ਕਹਿ ਰਿਹਾ। ਜਾਤ ਜੁਲਾਹਾ ਮਤ ਕਾ ਧੀਰ। ਮੇਰੀ ਤਾਂ ਕਹਿੰਦੇ ਆਹ ਜਾਤ ਹੈ। ਹਾਂ ਮੈਨੂੰ ਧੀਰਜ ਮਿਲ ਗਈ ਹੈ, ਇਹ ਉਹਨੂੰ ਮੈਨੂੰ ਦੇ ਦਿੱਤੀ, ਟਿਕਾ ਦੇ ਦਿੱਤਾ। ਮਤ ਕਾ ਧੀਰ, ਮਤ ਮੇਰੀ ਟਿਕਾ ਦੇ ਵਿੱਚ ਆ ਗਈ ਹੈ। ਸੋ ਹੰਕਾਰ ਦਾ ਰੋਗ ਜਿਹੜਾ ਨਾ, ਇਹ ਧਰਮ ਦੇ ਕਰਮ ਵਿੱਚ ਬੜੀ ਵੱਡੀ ਅੜਚਣ ਹੈ ਜੀ, ਬਹੁਤ ਵੱਡੀ ਅੜਚਣ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਹਿੰਦੇ ਨੇ, ਕਿਰਪਾ ਕਰਦੇ ਨੇ, ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਪਤਾ ਲੱਗ ਗਿਆ ਵੀ ਮੈਂ ਤਾਂ ਵੀ ਪਾਪੀ ਹਾਂ, ਮੇਰੇ ਕੋਲ ਤਾਂ ਮਾੜੇ ਕਰਮ ਹੋ ਗਿਆ, ਅਤੇ ਮੇਰਾ ਵੀ ਉਧਾਰ ਹੋ ਜਾਊ, ਮੈਂ ਵੀ ਬਚ ਜਾਊਂਗਾ, ਮੇਰੇ ਲੇਖੇ ਖਤਮ ਹੋ ਜਾਣਗੇ, ਮੈਂ ਵੀ ਸੰਤ ਬਣ ਜਾਊ, ਮੈਂ ਭਗਤ ਬਣ ਜਾਊਂ, ਮੈਂ ਤਾਂ ਬੜੇ ਮਾੜੇ ਕਰਮ ਕਰਦਾ ਰਿਹਾ। ਸੱਚੇ ਪਾਤਸ਼ਾਹ ਕਹਿੰਦੇ ਸੰਗਤ ਕਰਿਆ ਕਰ, ਬਸ ਕਰ ਸਾਧ ਸੰਗਤ। ਸੰਗਤ ਕਰਕੇ ਵਿੱਚ ਕੰਮ ਕੀ ਕਰਨਾ? ਕਹਿੰਦੇ ਸਿਮਰ ਮਾਧੋ। ਸੌਖਾ ਹੀ ਹੈ, ਕੋਈ ਜਿੱਦਾਂ ਬਾਕੀ ਜਪਦੇ ਨੇ ਇੱਦਾਂ ਤੂੰ ਵੀ ਜਪੀ ਜਾ। ਬਾਕੀ ਵੀ ਸਾਰੇ ਸੰਗਤ ਤਾਂ ਉਹਨੂੰ ਹੀ ਕਹਾਂਗੇ ਜਿਹੜੇ ਇਕੱਠੇ ਹੋ ਕੇ ਬਾਣੀ ਪੜ੍ਹਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਆਹ ਸੰਗਤ ਹੈ, ਇਹ ਸੰਗਤ ਕਰ। ਕੋਈ ਸੇਵਾ ਕਰਦੇ ਨੇ ਗੁਰਮੁਖ ਪਿਆਰੇ, ਅਤੇ ਤੂੰ ਵੀ ਉੱਦਾਂ ਹੀ ਕਰਨ ਲੱਗ ਪਾ। ਨਹੀਂ ਆਉਂਦੀ ਸੇਵਾ ਕਰਨੀ, ਕੁਛ ਸਿੱਖਣਾ, ਕੁਛ ਇਹਦਾ ਕਿਹੜਾ ਆਪਾਂ ਕੋਈ ਲੈਸਨ ਲੈਣਾ ਸੇਵਾ ਕਰਨ ਦਾ। ਬਾਣੀ ਤਾਂ ਚਲੋ ਪੜ੍ਹਨ ਵਾਸਤੇ ਸਿੱਖਣੀ ਪੈਂਦੀ ਹੈ, ਨਹੀਂ ਪੜ੍ਹੀ ਜਾਂਦੀ ਉੱਦਾਂ। ਅਤੇ ਪਾਣੀ ਵਰਤਾਉਣਾ, ਪ੍ਰਸ਼ਾਦਾ ਵਰਤਾਉਣਾ, ਲੰਗਰ ਤਿਆਰ ਕਰਨਾ। ਸੋ ਉੱਦਾਂ ਹੀ ਜਦੋਂ ਖੁਰਚਾ ਫੜ ਲਈਦਾ ਨਾ, ਉਹਦੇ ਵਿੱਚ ਦਾਲ ਵਿੱਚ ਸਬਜ਼ੀ ਵਿੱਚ ਖੁਰਚਾ ਹੀ ਫੇਰਨਾ, ਉਹਦੇ ਕੀ ਲੈਸਨ? ਉਹਦੇ ਵਿੱਚ ਸੇਵਾ ਕਰਨੀ ਕੋਈ ਲੈਸਨ? ਧੋਣਾ, ਸੇਵਾ ਕਰਨੀ, ਪੋਚੇ ਮਾਰਨੇ, ਕੀ ਲੈਸਨ? ਕੋਈ ਲੈਸਨ? ਕੋਈ ਲੈਸਨ ਨਹੀਂ। ਜਿੱਦਾਂ ਕੋਈ ਕਰਨ ਡਿਆ ਕਹਿੰਦੇ ਉੱਦਾਂ ਹੀ ਤੂੰ ਕਰਨ ਲੱਗ ਪਿਆ। ਸੱਚੇ ਪਾਤਸ਼ਾਹ ਕਹਿੰਦੇ ਹਾਂਜੀ ਕੀ ਹੋਵੇਗਾ? ਕਹਿੰਦੇ ਹੋਏ ਪਤਿਤ ਪੁਨੀਤ। ਕਹਿੰਦੇ ਵੱਡੇ ਤੋਂ ਵੱਡੇ ਪਾਪੀ ਵੀ ਸੇਵਾ ਕਰਕੇ ਪਵਿੱਤਰ ਬਣ ਜਾਂਦੇ ਨੇ। ਹੋਏ ਪਤਿਤ ਪੁਨੀਤ। ਸੇਵਾਦਾਰ ਨੂੰ ਸਿੱਖਣਾ ਕੀ ਪੈਂਦਾ? ਜੇ ਸੇਵਾਦਾਰ ਨੂੰ ਸਵਾਲ ਪੈਂਦਾ ਵੀ ਸੇਵਾਦਾਰ ਨੂੰ ਸਿੱਖਣਾ ਕੀ ਪੈਂਦਾ? ਸੇਵਾਦਾਰ ਨੂੰ ਸਿਰਫ ਨਿਮਰਤਾ ਫਿਰ ਸਿੱਖਣੀ ਪੈਂਦੀ ਹੈ, ਕਿਉਂਕਿ ਸੇਵਾ ਦੇ ਵਿੱਚ ਬਲ ਬੜਾ ਹੈ। ਜਦੋਂ ਸੇਵਾ ਕਰਦਾ ਨਾ, ਇੱਕ ਕੋਈ 12 ਸਾਲ ਕੋਈ ਜੰਗਲ ਵਿੱਚ ਤਪ ਕਰੇ, 12 ਸਾਲ, ਸੋ ਕੋਈ 1 ਸਾਲ ਵੀ ਗੁਰਮੁਖ ਪਿਆਰਾ ਸੰਗਤ ਦੀ ਸੇਵਾ ਕਰ ਲਵੇ, ਉਹਦਾ ਫਲ ਜਿਹੜਾ ਜ਼ਿਆਦਾ ਮਿਲ ਜਾਂਦਾ। ਸੇਵਾ ਦੇ ਵਿੱਚ ਤਾਕਤ ਬੜੀ, ਬਲ ਬੜਾ। ਸੋ ਇਹਦੀ ਤਾਕਤ ਨੂੰ ਡਾਊਨ ਕਰਨ ਵਾਸਤੇ ਕਾਲ ਖੇਡ ਜਾਂਦਾ, ਇਹਦੇ ਅੰਦਰੋਂ ਨਿਮਰਤਾ ਖਿੱਚ ਲੈਂਦਾ। ਤੁਸੀਂ ਦੇਖੋਗੇ ਜਿਹੜੇ ਲੰਗਰ 'ਚ ਸੇਵਾ ਕਰਨ ਵਾਲੇ ਹੋਣਗੇ, ਉਹਨਾਂ 'ਚ ਵੀ ਕ੍ਰੋਧ ਜ਼ਿਆਦੇ। ਫਿਰ ਸੰਗਤ ਦੇ ਵਿੱਚ ਸੇਵਾ ਕਰਨ ਵਾਲੇ, ਉਹਨਾਂ ਵਿੱਚ ਵੀ ਗੁੱਸਾ ਜ਼ਿਆਦੇ। ਸੋ ਕ੍ਰੋਧ ਆ ਜਾਂਦਾ ਨਾ, ਹੰਕਾਰ। ਮੈਂ ਮੇਰੇ ਵਾਂਗੂ ਨਹੀਂ ਕਰਦਾ, ਮੇਰੀ ਗੱਲ ਨਹੀਂ ਮੰਨਦਾ, ਬਸ ਉੱਥੋਂ ਡਿੱਗ ਜਾਂਦੇ ਆ। ਬਹੁਤ ਘੱਟ ਹੋਣਗੇ ਜਿਹੜਾ ਸੇਵਾ ਕਰਨ ਵਾਲਾ ਨਿਮਰਤਾ 'ਚ ਹੋਵੇ, ਨਹੀਂ ਮਿਲਦੇ, ਘੱਟ ਆ, ਬਹੁਤ ਹੈ। ਕਿਉਂਕਿ ਜੇ ਤਾਂ ਨਿਮਰਤਾ ਜਾਗਦਾ ਫਿਰ ਪਤਿਤ ਪੁਨੀਤ, ਫਿਰ ਤਾਂ ਸਾਰੇ ਲੇਖੇ ਖਤਮ ਹੋ ਗਏ ਭਾਈ। ਕੋਈ ਨਹੀਂ, ਸਾਰੇ ਕਰਮ ਮਾੜੇ ਖਤਮ, ਚੰਗੇ ਰਹਿ ਗਏ। ਹੁਣ ਜਦੋਂ ਜਾਣ ਦਾ ਟਾਈਮ ਆ ਗਿਆ ਤਾਂ ਮਾੜੇ ਤਾਂ ਇੱਥੇ ਛੱਡ ਦਿੱਤੇ, ਚੰਗੇ ਨਾਲ ਲੈ ਕੇ ਗਿਆ। ਫਿਰ ਬਸ ਉਹ ਕਰਮਾਂ ਦੇ ਹਿਸਾਬ ਦੇ ਨਾਲ ਹੀ ਮੂੰਹ ਉਜਲਾ ਹੁੰਦਾ ਹੈ ਨਾ, ਮੂੰਹ ਉਜਲਾ ਲੈ ਕੇ ਜਾਂਦਾ। ਫਿਰ ਉੱਥੇ ਤਾਂ ਜੰਮ ਵੀ ਹੱਥ ਜੋੜ ਕੇ ਮਿਲਦੇ ਨੇ। ਧਰਮ ਰਾਜਾ ਵੀ ਉਹਦਾ ਸਤਿਕਾਰ ਕਰਦਾ। ਧਰਮ ਰਾਜਾ ਸਾਡਾ ਕੋਈ ਦੁਸ਼ਮਣ ਹੈ? ਸਾਨੂੰ ਕੜਾਹ 'ਚ ਪਾ ਤਲੀ ਜਾਂਦਾ ਸਾਰਿਆਂ ਨੂੰ, ਕਿਸੇ ਨੂੰ ਚੀਰੀ ਜਾਂਦਾ, ਕਿਸੇ ਨੂੰ। ਕੋਈ ਦੁਸ਼ਮਣ ਹੈ? ਉਹਦੀ ਡਿਊਟੀ ਹੈ, ਉਹਦੀ ਡਿਊਟੀ ਹੈ ਵੀ ਜੇ ਤਾਂ ਕਰਮ ਠੀਕ ਹੋਇਆ, ਕਰਮ ਹੀ ਦੇਖਦਾ ਉਹਨੇ, ਕਿਹੜਾ ਬਾਕੀ ਚੀਜ਼ ਦੇਖਣੀ? ਕਰਮ ਦੇਖਣੇ ਨੇ। ਉਮਰ ਥੋੜ੍ਹੀ ਹੈ, ਥੋੜ੍ਹੀ ਉਮਰ 'ਚ ਕਰਮ ਹੋ ਗਏ ਚੰਗੇ, ਅਤੇ ਉਹ ਨਿਕਲ ਗਿਆ।
ਉਹਨੇ ਕਰਮ ਦੇਖੇ। ਉਹਨੇ ਥੋੜ੍ਹੀ ਵੀ ਇੰਨੀ ਉਮਰ ਇਹਦੇ 'ਚ ਇੰਨਾ ਟਾਈਮ ਘੱਟ ਮਿਲਿਆ, ਹੁਣ ਥੋੜ੍ਹੀ ਉਮਰ 'ਚ ਕਰਮ ਮਾੜੇ ਕਰ ਲੈ। ਅਤੇ ਜੇ ਉਹ ਉੱਥੇ ਜਾ ਕੇ ਮੈਨੂੰ ਟਾਈਮ ਘੱਟ ਮਿਲਿਆ ਭਾਈ, ਇੰਨੇ ਸਵਾਸ ਮਿਲੇ, ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਸਵਾਸ ਉਗਾ ਦਿੱਤੇ, ਤਾਂ ਤੂੰ ਕੀ ਕੀਤਾ? ਨਾ ਦਿਨੇ ਕੁਝ ਕੀਤਾ, ਨਾ ਰਾਤ ਕੁਝ ਕੀਤਾ। ਕਹਿੰਦਾ ਟਾਈਮ ਨਹੀਂ ਮਿਲਿਆ। ਆ ਜਿਹੜੇ ਬਾਕੀ ਮਾੜੇ ਕੀਤੇ ਹੋਏ ਨੇ ਇਹਨਾਂ ਲਈ ਮਿਲ ਗਿਆ। ਕਹਿੰਦਾ ਟਾਈਮ ਨਹੀਂ ਮਿਲਦਾ ਜੀ। ਕੀ ਜਵਾਬ ਹੈ? ਜਵਾਬ ਕਿ ਜਿਹੜੇ ਮਾੜੇ ਹੀ ਕਰਦਾ ਰਹੇ, ਇਹਨਾਂ ਦਾ ਹੈਗਾ ਟਾਈਮ ਤੇਰੇ ਕੋਲ? ਨਿੰਦਾ ਲਈ ਟਾਈਮ ਹੈਗਾ, ਚੁਗਲੀ ਲਈ ਟਾਈਮ ਹੈਗਾ, ਵਿਸ਼ੇ ਵਿਕਾਰਾਂ ਲਈ ਟਾਈਮ ਹੈ। ਜੇ ਟਾਈਮ ਹੈ ਨਹੀਂ, ਇੱਕ ਵਾਹਿਗੁਰੂ ਕਹਿਣ ਲਈ ਹੈ ਨਹੀਂ, ਪਾਠ ਕਰਨ ਲਈ ਟਾਈਮ ਹੈ ਨਹੀਂ, ਸੇਵਾ ਕਰਨ ਲਈ ਟਾਈਮ ਹੈ ਨਹੀਂ। ਬੁੱਤੀਆਂ ਲੈਤੀਆਂ ਬਥੇਰੀਆਂ ਕਰੀ ਜਾਂਦਾ, ਸੇਵਾ ਵਾਸਤੇ ਟਾਈਮ ਹੈ ਨਹੀਂ। ਉਹ ਕਰਮ ਜਾਣੇ ਨੇ ਨਾਲ। ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਫਿਰ ਪਤਿਤ ਪਨੀਤ ਉਹਨੂੰ ਸਿਮਰੇਗਾ, ਉਹਦਾ ਸਿਮਰਨ ਦੇ ਨਾਲ ਕਹਿੰਦੇ ਪਾਪੀ ਵੀ ਪਵਿੱਤਰ ਹੋ ਜਾਂਦੇ ਨੇ। ਮਹਾਰਾਜ ਸਿਮਰਨ ਕਿੱਦਾਂ ਹੋਊ? ਕਹਿੰਦੇ ਮੌਤ ਦਾ ਡਰ ਦਿਆ ਕਰ ਆਪਣੇ ਮਨ ਨੂੰ, ਮੌਤ ਦਾ। ਕੀ ਕਹਿਣਾ? ਕਹਿੰਦੇ ਕਾਲ ਬਿਆਲ ਜਿਉਂ ਪਰਿਓ ਡੋਲਾ, ਮੁਖ ਪਸਾਰੇ ਮੇਤ। ਬਿਆਲ ਹੁੰਦੀ ਸਰਾਲ, ਸਰਾਲ ਵੱਡਾ ਸੱਪ, ਅਜਗਰ। ਉਹ ਮੂੰਹ ਖੋਲ੍ਹਦਾ, ਬੜੇ ਬੜੇ ਜਾਨਵਰਾਂ ਨੂੰ ਵੀ ਨਿਕਲ ਜਾਂਦਾ। ਅਤੇ ਤੂੰ ਕੀ ਚੀਜ਼ ਹੈ? ਕਾਲ ਦਾ, ਕਾਲ ਰੂਪ ਜੋ ਬਿਆਲ, ਭਿਆਨਕ ਸਰਪ ਜਿਹੜਾ, ਉਹਨੇ ਮੂੰਹ ਖੋਲ੍ਹਿਆ ਹੋਇਆ ਅਤੇ ਉਹ ਡੋਲਦਾ ਫਿਰਦਾ, ਲੱਭਦਾ ਫਿਰਦਾ। ਕਿਸੇ ਟਾਈਮ ਵੀ ਤੇਰੇ ਨਾਲ ਹੀ ਤਾਂ ਹੈ, ਕਿਸੇ ਕਾਲ ਤਾਂ ਨਾਲ ਹੀ ਹੁੰਦਾ, ਕਿਸੇ ਟਾਈਮ ਵੀ ਤੈਨੂੰ ਉਹ ਗਰਸ ਸਕਦਾ। ਕਹਿੰਦੇ ਡਰਦੇ ਆਪਣੇ ਮਨ ਨੂੰ, ਸ਼ਾਇਦ ਮੌਤ ਦਾ ਭੈ ਲੈ ਕੇ ਤੇ ਇਹ ਸਿਮਰਨ ਸ਼ੁਰੂ ਕਰ ਦੇਵੇ। ਆਜ ਕਾਲ ਫੁਨ ਤੁਹੀ ਗਰਸ ਹੈ, ਸਮਝ ਰੱਖੋ ਚੀਤ। ਇੰਨੀ ਕੁ ਗੱਲ ਦੀ ਸਮਝ ਰੱਖ, ਉਹ ਅੱਜ ਕੱਲ੍ਹ ਕਦੋਂ ਵੀ ਇਹ ਕਾਲ ਬਿਆਲ ਜਿਹੜਾ ਤੈਨੂੰ ਡਸ ਸਕਦਾ, ਤੈਨੂੰ ਨਿਗਲ ਸਕਦਾ। ਕਹਿੰਦੇ ਕਹਿ ਨਾਨਕ ਰਾਮ ਭਜ ਲੈ, ਜਾਤ ਅਵਸਰ ਬੀਤ। ਉਹ ਭਾਈ ਰਾਮ ਪਰਮੇਸ਼ਰ ਦਾ ਨਾਮ ਜਪ, ਉਮਰ ਬਤੀਤ ਹੋਈ ਜਾ ਰਹੀ ਹੈ। ਸੋ ਇਹ ਆਪਣੇ ਆਪ ਨੂੰ ਇਹ ਗੱਲਾਂ ਕਹਿਣੀਆਂ ਪੈਂਦੀਆਂ, ਸਮਝਾਉਣਾ ਪੈਂਦਾ, ਫਿਰ ਜਾ ਕੇ ਗੱਲ ਬਣਦੀ ਹੈ। ਸੋ ਸਾਧ ਸੰਗਤ ਜੀ, ਕੱਲ੍ਹ ਨੂੰ ਦੀਵਾਲੀ ਦਾ ਦਿਵਸ, ਬੰਦੀ ਛੋੜ ਦਿਵਸ ਹੈ। ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਚੱਲ ਰਹੇ ਨੇ। ਸੋ ਇਸ ਕਰਕੇ ਜਿਹੜੇ ਗੁਰਮੁਖ ਪਿਆਰੇ ਰਲ ਕੇ ਅਖੰਡ ਪਾਠ ਦੀ ਸੇਵਾ ਜਿਨ੍ਹਾਂ ਨੇ ਲਈ ਹੋਈ ਆ, ਉਹਨਾਂ ਦੇ ਨਾਲ ਰਲ ਕੇ ਸੋ ਸੇਵਾ ਦੇ ਵਿੱਚ ਹਿੱਸਾ ਪਵਾਓ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅੱਜ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਦਾ ਵੀ ਪਾਵਨ ਦਿਨ ਹੈ। ਸੋ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਆਪਣੇ ਮਹਿਲਾਂ ਨੂੰ ਭਾਵ ਮਾਤਾ ਸਾਹਿਬ ਕੌਰ ਜੀ ਨੂੰ ਉਹ ਪੁੱਤਰ ਬਖਸ਼ਿਆ ਜਿਹੜਾ ਵਾਧਾ ਤਾਂ ਜਾਊ, ਕਦੀ ਖਤਮ ਨਹੀਂ ਹੋਊ। ਜਿੰਨਾ ਚਿਰ ਸੰਸਾਰ ਹੈ ਇਹ ਖਤਮ ਥੋੜ੍ਹੀ ਹੋਣਾ। ਇੱਦਾਂ ਦਾ ਪੁੱਤ ਮਾਤਾ ਸਾਹਿਬ ਕੌਰ ਦੀ ਝੋਲੀ ਪਾਇਆ। ਖਾਲਸੇ ਦੀ ਮਾਤਾ ਦਾ ਜਨਮ ਦਿਨ ਹੈ, ਮਾਤਾ ਸਾਹਿਬ ਕੌਰ ਜੀ ਦਾ। ਗੁਰੂ ਕਿਰਪਾ ਕਰੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦ ਉਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ। ਕਰ ਸਭ ਸਵਾਰਣਾ, ਸਭਨਾ ਗੱਲਾਂ ਸਮਰਾ। ਸੁਆਮੀ ਸੋਖਿਓ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ। ਜਿਸ ਤੇ ਸੋ ਪਾਵੇਂ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ ਨਾਮ, ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨਿਆ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਕਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋਂ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਥਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ ਕਾਲਾਂ ਜਿਤ ਕਰ ਧਾਰੀਆਂ। ਪੰਜ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ।
तुर करम पाया तुर जिनको से नाम हर के लागे। कह नानक तैस कहूँ तित करन हद वाजे। हन सुनो बड़ भागी हों सगल मनोरथ पूरे। पार ब्रह्म प्रपाया उतरे सगल विसूरे। दुख रोग संताप उतरे सोनी सची वाणी। संत साजन भय सरसे पूरे गुर ते जानी। सुनते पुनीत कहते पवित सतगुर रहया भरपूरे। बेनवंत नानक गुर चरण लागे वाजे अनहद तुरे। सुनते पुनीत कहते पवित सतगुर रहया भरपूरे। बेनवंत नानक गुर चरण लागे वाजे अनहद तुरे। वाहिगुरु जी का खालसा वाहिगुरु जी की फतेह। तू ठाकुर तुम पे अरदास।